ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਬੀਜੇਪੀ ਦਾ ਪੰਜਾਬ ਪਲਾਨ ਹੁਣ ਪੂਰੀ ਤਰ੍ਹਾਂ ਐਕਟਿਵ ਹੋ ਗਿਆ ਹੈ। ਕਾਂਗਰਸ ਤੇ ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਸ਼ਾਮਲ ਕਰਵਾਉਣ ਤੋਂ ਲੈ ਕੇ ਗੱਠਜੋੜ ਬਣਾਉਣ ਤੱਕ ਪਾਰਟੀ ਪੂਰੀ ਰਣਨੀਤੀ ਦੇ ਨਾਲ ਅੱਗੇ ਵਧ ਰਹੀ ਹੈ। 7 ਸਾਲਾਂ 'ਚ ਅਸਮ, ਹਰਿਆਣਾ ਤੇ ਤ੍ਰਿਪੁਰਾ 'ਚ ਬੀਜੇਪੀ ਨੇ ਇਸੇ ਤਰ੍ਹਾਂ ਆਪਣੀ ਸਰਕਾਰ ਬਣਾਈ ਤੇ ਸਿਆਸਤ ਵਿਰੋਧੀਆਂ ਨੂੰ ਮਾਤ ਦਿੱਤੀ। ਹੁਣ ਵਾਰੀ ਹੈ ਪੰਜਾਬ ਦੀ, ਪਰ ਵੱਡਾ ਸਵਾਲ ਇਹ ਹੈ ਕਿ ਪੰਜਾਬ ਜਿੱਥੇ ਚਾਰ ਤਰਫਾ ਮੁਕਾਬਲਾ ਹੈ, ਚੌਕੋਨਾ ਮੁਕਾਬਲਾ ਹੈ, ਉੱਥੇ ਬੀਜੇਪੀ ਦਾ ਇਹ ਪਲਾਨ ਸਫਲ ਹੋਏਗਾ ਜਾਂ ਨਹੀਂ। ਸਭ ਤੋਂ ਪਹਿਲਾਂ ਸ਼ੁਰੂਆਤ ਬੀਜੇਪੀ ਦੇ ਪੰਜਾਬ ਪਲਾਨ ਦੀਆਂ ਇਹਨਾਂ 5 ਤਸਵੀਰਾਂ ਨਾਲ ਕਰਦੇ ਹਾਂ। ਇਹ ਤਸਵੀਰਾਂ ਪਾਰਟੀ ਦੀ ਜ਼ਮੀਨ ਨੂੰ ਮਜ਼ਬੂਤ ਕਰਨ ਦੀਆਂ ਨੇ। ਕਾਂਗਰਸ ਤੇ ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਬੀਜੇਪੀ 'ਚ ਇੱਕ ਤੋਂ ਬਾਅਦ ਇੱਕ ਸ਼ਾਮਲ ਕਰਵਾ ਕੇ ਜਿੱਥੇ ਵਿਰੋਧੀਆਂ ਨੂੰ ਝਟਕਾ ਦੇ ਰਹੀ ਹੈ ਬੀਜੇਪੀ, ਉੱਥੇ ਹੀ ਪਾਰਟੀ ਪੰਜਾਬ 'ਚ ਮਾਹੌਲ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਸਾਰੀਆਂ ਤਸਵੀਰਾਂ 'ਚ ਸਭ ਤੋਂ ਅਹਿਮ ਤਸਵੀਰ ਗੱਠਜੋੜ ਦੀ ਵੀ ਹੈ, ਜਿਸ 'ਚ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨੇ ਕੈਪਟਨ ਦੀ ਪੇਂਡੂ ਤੇ ਸ਼ਹਿਰੀ ਦੋਵਾਂ ਵਿੱਚ ਚੰਗੇ ਆਧਾਰ ਦੀ ਗੱਲ ਨੂੰ ਮੰਨਿਆ ਹੈ। ਹੁਣ ਇਸ ਗੱਠਜੋੜ ਦੀ ਸਿਆਸਤ ਦਾ ਬੀਜੇਪੀ ਨੂੰ ਕਿੰਨਾ ਫਾਇਦਾ ਹੋਏਗਾ, ਇਸ ਤੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ। ਪਰ 2 ਮਹੀਨੇ ਪਹਿਲਾਂ ਜਿਸ ਤਰ੍ਹਾਂ ਪੰਜਾਬ 'ਚ ਬੀਜੇਪੀ ਨੂੰ ਲੈ ਕੇ ਜਿਹੜਾ ਮਾਹੌਲ ਸੀ, ਉਸ ਨੂੰ ਤੋੜਨ ਦੀ ਪਾਰਟੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ। ਪੰਜਾਬ ਦੀ ਸਿਆਸਤ 'ਚ ਬੀਜੇਪੀ ਹੁਣ ਉਸ ਫਾਰਮੂਲੇ ਤੇ ਕੰਮ ਕਰ ਰਹੀ ਹੈ ਜਿਸ ਦੇ ਜ਼ਰੀਏ ਪਿਛਲੇ 7 ਸਾਲਾਂ 'ਚ ਪਾਰਟੀ ਨੇ ਉਹਨਾਂ ਸੂਬਿਆਂ 'ਚ ਆਪਣੇ ਮੁੱਖ ਮੰਤਰੀ ਬਣਾਏ ਜਿੱਥੇ ਉਹਨਾਂ ਦਾ ਇੱਕ ਵੀ ਵਿਧਾਇਕ ਨਹੀਂ ਸੀ, ਜਾਂ ਇਹ ਕਹਿ ਲਿਆ ਜਾਵੇ ਕਿ ਬੀਜੇਪੀ ਦਾ ਵਜੂਦ ਹੀ ਹਾਸਲ ਨਹੀਂ ਸੀ। ਬੀਜੇਪੀ ਦਾ ਸੱਤਾ ਹਾਸਲ ਕਰਨ ਦਾ ਇਹ ਫਾਰਮੂਲਾ 4 ਚੋਂ 3 ਸੂਬਿਆਂ ਦੇ ਵਿੱਚ ਹਿੱਟ ਸਾਬਿਤ ਹੋਇਆ, ਜਦਕਿ ਇੱਕ ਵਿੱਚ ਲੋਕ ਸਭਾ ਵਿੱਚ ਤਾਂ ਹਿੱਟ ਰਿਹਾ, ਜਦਕਿ ਵਿਧਾਨ ਸਭਾ 'ਚ ਇਹ ਫਲॉप ਹੋ ਗਿਆ। ਬੀਜੇਪੀ ਦਾ ਪੰਜਾਬ ਪਲਾਨ 3 ਸੂਬਿਆਂ ਦੇ ਵਿੱਚ ਸੁਪਰ ਹਿੱਟ। ਹੁਣ ਪੰਜਾਬ ਦੇ ਵਿੱਚ ਸਿਆਸੀ ਗੇਮ ਸ਼ੁਰੂ। ਇਹ ਤਸਵੀਰਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਪਾਵਰ ਗੇਮ ਨੂੰ ਬਿਆਨ ਕਰ ਰਹੀਆਂ ਨੇ ਅਤੇ ਪਿਛਲੇ 7 ਸਾਲਾਂ ਦੀ ਉਸ ਸਿਆਸੀ ਕਹਾਣੀ ਨੂੰ ਦੁਹਰਾ ਰਹੀਆਂ ਨੇ ਜਿਸ ਦੀ ਰਣਨੀਤੀ ਦੇ ਜ਼ਰੀਏ ਬੀਜੇਪੀ ਨੇ ਹਰਿਆਣਾ, ਤ੍ਰਿਪੁਰਾ, ਅਸਮ ਦੇ ਵਿੱਚ ਸਿਆਸੀ ਬਾਜੀ ਨੂੰ ਆਪਣੇ ਹੱਕ ਵਿੱਚ ਕੀਤਾ ਸੀ। ਬੀਜੇਪੀ ਦੀ ਨਵੀਂ ਸਿਆਸੀ ਇਬਾਰਤ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਸ਼ੁਰੂ ਹੋ ਗਈ। ਪਹਿਲੀ ਵਾਰ ਬੀਜੇਪੀ ਨੇ ਆਪਣੇ ਦਮ ਤੇ ਕੇਂਦਰ ਦੇ ਵਿੱਚ ਬਹੁਮਤ ਸਾਬਤ ਕੀਤਾ। ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ 5 ਮਹੀਨੇ ਬਾਅਦ ਸਨ। ਬੀਜੇਪੀ ਨੇ ਇਸ ਸੂਬੇ ਤੋਂ ਆਪਣੀ ਵਿਸਥਾਰ ਨੀਤੀ ਸ਼ੁਰੂ ਕੀਤੀ ਅਤੇ ਪਹਿਲੀ ਵਾਰ ਸਿਆਸੀ ਚਾਲ ਚੱਲੀ। ਬੀਜੇਪੀ ਦੀ ਇਸ ਰਣਨੀਤੀ ਦੇ ਵਿੱਚ ਸਭ ਤੋਂ ਅਹਿਮ ਸੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਦੇ ਦਿੱਗਜ ਆਗੂਆਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਉਣਾ। 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਦਿੱਗਜ ਆਗੂ ਅਤੇ ਚੌਧਰੀ ਬਰਿੰਦਰ ਸਿੰਘ ਨੂੰ ਬੀਜੇਪੀ ਨੇ ਆਪਣੇ ਵਿੱਚ ਸ਼ਾਮਲ ਕਰਵਾਇਆ ਅਤੇ ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ। ਇਸ ਤੋਂ ਇਲਾਵਾ ਗੁਰੂਗ੍ਰਾਮ ਤੋਂ ਕਾਂਗਰਸ ਐਮਪੀ ਰਾਵਿੰਦਰਜੀਤ ਸਿੰਘ, ਵਿਧਾਇਕ ਰਮੇਸ਼ ਕੌਸ਼ਿਕ, ਧਰਮਵੀਰ ਸਿੰਘ ਵਰਗੇ ਕਈ ਵੱਡੇ ਚਿਹਰੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਰਹੇ ਅਤੇ 2014 ਦੇ ਵਿੱਚ ਬੀਜੇਪੀ ਨੇ ਪਹਿਲੀ ਵਾਰ ਹਰਿਆਣਾ ਵਿੱਚ ਆਪਣੇ ਦਮ ਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਦੇ ਵਿੱਚ ਆਪਣੀ ਸਰਕਾਰ ਬਣਾਈ। ਉਸ ਤੋਂ ਬਾਅਦ 2016 ਦੇ ਵਿੱਚ ਅਸਮ ਚੋਣਾਂ ਦੇ ਵਿੱਚ ਬੀਜੇਪੀ ਨੇ ਸਿਆਸੀ ਵਿਸਥਾਰ ਦੀ ਨੀਤੀ ਨੂੰ ਅੱਗੇ ਵਧਾਇਆ। 2016 ਦੀਆਂ ਅਸਮ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਇਸੇ ਤਰਜ਼ ਉੱਤੇ ਪਹਿਲੀ ਵਾਰ ਸਰਕਾਰ ਬਣਾਈ ਸੀ। ਬੀਜੇਪੀ ਨੇ ਮਿਸ਼ਨ ਅਸਮ ਤੇ ਕੰਮ 2012 ਤੋਂ ਸ਼ੁਰੂ ਕਰ ਦਿੱਤਾ ਸੀ। ਅਸਮ ਗਣ ਪਰਿਸ਼ਦ ਦੇ ਕੋਟੇ ਤੋਂ ਮਨਮੋਹਨ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸਰਬਾਨੰਦ ਸੋਨੋਵਾਲ ਨੇ 2012 ਦੇ ਵਿੱਚ ਮੰਤਰੀ ਵਜੋਂ ਅਸਤੀਫਾ ਦਿੱਤਾ ਸੀ ਅਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਨੇ ਉਹਨਾਂ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪ ਕੇ ਉਸ ਤੋਂ ਬਾਅਦ ਅਸਮ ਦੇ ਵਿੱਚ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦੀ ਵਜ੍ਹਾ ਕਰਕੇ ਹਿਮੰਤਾ ਬਿਸਵਾ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਲਿਆ। 2 ਦਿੱਗਜ ਆਗੂਆਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ 2016 ਦੀਆਂ ਅਸਮ ਚੋਣਾਂ ਦੇ ਵਿੱਚ ਬੀਜੇਪੀ ਨੇ 15 ਸਾਲ ਦੇ ਕਾਂਗਰਸ ਸ਼ਾਸਨ ਨੂੰ ਖਤਮ ਕਰ ਦਿੱਤਾ ਅਤੇ ਪਹਿਲੀ ਵਾਰ ਸੂਬੇ ਦੀ ਸੱਤਾ ਦੇ ਵਿੱਚ ਕਬਜ਼ ਹੋ ਗਈ। ਇਸ ਤੋਂ ਬਾਅਦ ਤ੍ਰਿਪੁਰਾ ਦੇ ਵਿੱਚ 20 ਸਾਲ ਤੋਂ ਖੱਬੇ ਪੱਖੀਆਂ ਦੇ ਮੁੱਖ ਮੰਤਰੀ ਮਾਨਿਕ ਸਰਕਾਰ ਦੀ ਸੱਤਾ ਨੂੰ ਹਿਲਾਉਣ ਦੇ ਵਿੱਚ ਬੀਜੇਪੀ ਨੇ ਆਪਰੇਸ਼ਨ ਵਿਸਥਾਰ ਦੀ ਨੀਤੀ ਤੇ ਕੰਮ ਕੀਤਾ ਅਤੇ 2018 ਦੇ ਵਿੱਚ ਬੀਜੇਪੀ ਨੇ ਪਹਿਲੀ ਵਾਰ ਆਪਣੀ ਸਰਕਾਰ ਬਣਾਈ। 2013 ਦੇ ਵਿੱਚ ਬੀਜੇਪੀ ਨੇ 1.64% ਵੋਟ ਤ੍ਰਿਪੁਰਾ ਦੇ ਵਿੱਚ ਹਾਸਲ ਕੀਤੇ ਸਨ। ਉਸ ਤੋਂ ਬਾਅਦ ਆਰਐਸਐਸ ਅਤੇ ਬੀਜੇਪੀ ਦੇ 50,000 ਵਰਕਰਾਂ ਨੇ ਬੀਜੇਪੀ ਦੀ ਜ਼ਮੀਨ ਸੂਬੇ ਦੇ ਵਿੱਚ ਤਿਆਰ ਕੀਤੀ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀਆਂ ਤ੍ਰਿਪੁਰਾ ਦੇ ਵਿੱਚ 60 ਸ਼ਾਖਾਵਾਂ ਸਨ, ਜਦਕਿ 2018 ਦੇ ਵਿੱਚ ਇਹ 265 ਹੋ ਗਈਆਂ। ਬੀਜੇਪੀ ਅਤੇ ਆਰਐਸਐਸ ਨੇ ਮਿਲ ਕੇ ਤ੍ਰਿਪੁਰਾ ਦੇ ਵਿੱਚ ਬੀਜੇਪੀ ਨੂੰ ਵੱਡੀ ਜਿੱਤ ਦਿਵਾਈ। 2019 ਵਿੱਚ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦਾ ਮਿਸ਼ਨ ਪੱਛਮੀ ਬੰਗਾਲ ਸੀ
ਇੱਥੇ ਵੀ ਪਾਰਟੀ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੇ ਪੱਖੀਆਂ ਦੇ ਦਿੱਗਜ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਨਤੀਜਾ ਵੀ ਸਾਹਮਣੇ ਆਇਆ। ਬੀਜੇਪੀ ਨੇ 42 ਦੇ ਵਿੱਚੋਂ 18 ਲੋਕ ਸਭਾ ਸੀਟਾਂ ਜਿੱਤੀਆਂ। 2021 ਦੇ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵੀ ਬੀਜੇਪੀ ਨੇ ਕਈ ਆਗੂ ਸ਼ਾਮਲ ਕਰਵਾਏ, ਪਰ ਪਾਰਟੀ ਦਾ ਮਿਸ਼ਨ ਪੱਛਮੀ ਬੰਗਾਲ ਸਫਲ ਨਾ ਹੋ ਸਕਿਆ। ਬੀਜੇਪੀ ਦੂਜੇ ਨੰਬਰ ਦੀ ਪਾਰਟੀ ਬਣ ਗਈ, ਪਰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਤੋਂ ਬੁਰੀ ਤਰ੍ਹਾਂ ਹਾਰ ਗਈ। ਕੁੱਲ ਮਿਲਾ ਕੇ ਬੀਜੇਪੀ ਦਾ ਮਿਸ਼ਨ ਵਿਸਥਾਰ 4 ਸੂਬਿਆਂ ਦੇ ਵਿੱਚੋਂ 3 ਦੇ ਵਿੱਚ ਸੁਪਰ ਹਿੱਟ ਰਿਹਾ, ਜਦਕਿ ਇੱਕ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਹੁਣ ਬੀਜੇਪੀ ਇਸੇ ਫਾਰਮੂਲੇ ਦੇ ਤਹਿਤ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਜਿੱਥੇ ਕਾਂਗਰਸ, ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਆਪਣੇ ਦਮ ਤੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਵੱਡਾ ਸਵਾਲ ਇਹੀ ਹੈ ਕਿ ਕੀ ਬੀਜੇਪੀ ਤ੍ਰਿਪੁਰਾ, ਅਸਮ ਤੇ ਹਰਿਆਣਾ ਵਾਂਗ ਸੱਤਾ ਤੇ ਕਾਬਜ਼ ਹੋ ਸਕੇਗੀ ਜਾਂ ਫਿਰ ਪੱਛਮੀ ਬੰਗਾਲ ਵਾਂਗ ਇੱਥੇ ਮਨ ਭਾਉਂਦਾ ਰਿਜ਼ਲਟ ਨਹੀਂ ਮਿਲੇਗਾ। ਇੱਥੇ ਇੱਕ ਗੱਲ ਕਾਫੀ ਹੱਦ ਤੱਕ ਸਹੀ ਹੈ ਕਿ ਪੱਛਮੀ ਬੰਗਾਲ ਤੇ ਪੰਜਾਬ ਦੇ ਲੋਕਾਂ ਦਾ ਵੋਟਿੰਗ ਪੈਟਰਨ ਕਾਫੀ ਹੱਦ ਤੱਕ ਮਿਲਦਾ ਜੁਲਦਾ ਰਿਹਾ ਹੈ। ਦੋਵੇਂ ਹੀ ਸੂਬਿਆਂ ਦੇ ਵਿੱਚ ਸੱਤਾ ਵਿਰੋਧੀ ਲਹਿਰ ਕਾਫੀ ਸਰਗਰਮ ਰਹਿੰਦੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਬੀਜੇਪੀ ਦੀ ਪੰਜਾਬ 'ਚ ਵਿਸਥਾਰ ਦੀ ਰਣਨੀਤੀ 'ਚ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗੱਠਜੋੜ ਅਹਿਮ ਰੋਲ ਅਦਾ ਕਰ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਪੰਜਾਬ 'ਚ ਵੱਡਾ ਹੈ ਤੇ ਕਾਂਗਰਸ ਨੂੰ ਤੋੜਨ ਦੇ ਵਿੱਚ ਉਹ ਅਹਿਮ ਰੋਲ ਅਦਾ ਕਰ ਸਕਦੇ ਨੇ, ਜਦਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਬੋਲੇ ਸੋ ਨਿਹਾਲ। ਪੰਜਾਬ ਦੇ ਸਿਆਸੀ ਸਮੀਕਰਨ ਨੂੰ ਬਦਲਣ ਦੇ ਲਈ ਬੀਜੇਪੀ ਗੱਠਜੋੜ ਦੀ ਰਣਨੀਤੀ ਦੇ ਨਾਲ ਮੈਦਾਨ ਦੇ ਵਿੱਚ ਉਤਰ ਰਹੀ ਹੈ। 27 ਦਸੰਬਰ ਨੂੰ ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਮੀਟਿੰਗ ਤੋਂ ਬਾਅਦ ਬੀਜੇਪੀ ਨੇ ਇਸ ਤੇ ਅਧਿਕਾਰਿਕ ਮੋਹਰ ਲਗਾ ਦਿੱਤੀ ਹੈ ਤੇ ਐਲਾਨ ਕੀਤਾ ਹੈ ਕਿ ਗੱਠਜੋੜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸਰਕਾਰ ਬਣਾਏਗਾ। आज इस बात की आधिकारिक घोषणा हम सब लोग मिलकर के कर रहे हैं कि तीनों पार्टियां साथ मिलकर के चुनाव लड़ेंगे। ਗੱਠਜੋੜ ਦੇ ਵਿਚਾਲੇ ਸੀਟ ਵੰਡ ਤੈਅ ਕਰਨ ਦੇ ਲਈ ਤਿੰਨੋਂ ਪਾਰਟੀਆਂ ਦੇ 2-2 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ, ਜੋ ਸੀਟ ਵੰਡ ਦਾ ਫਾਰਮੂਲਾ ਬਣਾਏਗੀ। ये तय किया गया है कि सीटों के बंटवारे को लेकर के, संख्या को लेकर के और कौन सी पार्टी लड़ेगी इसको लेकर के तीनों ही दलों के 2-2 प्रतिनिधियों की एक कमेटी बनाई जाएगी। ਪੰਜਾਬ ਦੇ ਵਿੱਚ ਸੀਟ ਵੰਡ ਦੇ ਫਾਰਮੂਲੇ ਦੇ ਲਈ ਕਮੇਟੀ ਬਣਾਈ ਗਈ ਹੈ, ਪਰ ਸੀਐਮ ਚਿਹਰੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਬੀਜੇਪੀ ਸਮੇਤ ਗੱਠਜੋੜ ਦੇ ਵਿੱਚ ਸ਼ਾਮਲ ਆਗੂਆਂ ਦੇ ਲਈ ਗਵਾਉਣ ਨੂੰ ਕੁਝ ਵੀ ਨਹੀਂ ਹੈ, ਜਦਕਿ ਪਾਉਣ ਨੂੰ ਬਹੁਤ ਕੁਝ ਹੈ। 2.5 ਦਹਾਕਿਆਂ ਬਾਅਦ ਬੀਜੇਪੀ ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ। ਹਾਰ ਜਿੱਤ ਤੋਂ ਜ਼ਿਆਦਾ ਪਾਰਟੀ ਦੇ ਲਈ ਸੂਬੇ ਦੇ ਵਿੱਚ ਵਿਸਤਾਰ ਕਰਨਾ ਅਹਿਮ ਹੈ। ਕਾਂਗਰਸ ਤੋਂ ਵੱਖ ਹੋਏ ਕੈਪਟਨ ਅਮਰਿੰਦਰ ਲਈ ਸਭ ਤੋਂ ਵੱਡੀ ਜਿੱਤ ਹੋਵੇਗੀ ਕਿ ਕਾਂਗਰਸ ਮੁੜ ਤੋਂ ਸੱਤਾ ਦੇ ਵਿੱਚ ਨਾ ਆਏ, ਜਦਕਿ ਸੁਖਦੇਵ ਸਿੰਘ ਢੀਂਡਸਾ ਦਾ ਨਿਸ਼ਾਨਾ ਅਕਾਲੀ ਦਲ ਹੈ। ਚੋਣਾਂ ਤੋਂ ਬਾਅਦ ਕਿੰਗ ਜਾਂ ਫਿਰ ਕਿੰਗ ਮੇਕਰ ਦੇ ਰੂਪ ਦੇ ਵਿੱਚ ਗੱਠਜੋੜ ਉੱਭਰਦਾ ਹੈ ਤਾਂ ਵੀ ਫਾਇਦੇ ਦਾ ਸੌਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਭਾਜਪਾ ਦੀ ਵਿਸਥਾਰ ਨੀਤੀ ਦੇ ਤਹਿਤ ਹੀ ਮੰਗਲਵਾਰ ਨੂੰ ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। 2 ਹੋਰ ਸਿਟਿੰਗ ਵਿਧਾਇਕ ਤੇ ਮਾਝੇ ਦੇ ਵੱਡੇ ਆਗੂ ਫਤਿਹ ਜੰਗ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ 6 ਹੋਰ ਆਗੂਆਂ ਨੇ ਬੀਜੇਪੀ ਦਾ ਪੱਲਾ ਫੜਿਆ। ਦਿੱਲੀ ਵਿੱਚ ਬੀਜੇਪੀ ਦਫ਼ਤਰ ਦੇ ਅੰਦਰ ਦੀਆਂ ਤਸਵੀਰਾਂ ਪੰਜਾਬ ਕਾਂਗਰਸ ਦੇ ਲਈ ਇੱਕ ਹੋਰ ਵੱਡਾ ਝਟਕਾ ਸੀ। ਰਾਣਾ ਗੁਰਮੀਤ ਸੋਢੀ ਤੋਂ ਬਾਅਦ 2 ਹੋਰ ਮੌਜੂਦਾ ਵਿਧਾਇਕ ਫਤਿਹ ਜੰਗ ਬਾਜਵਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਵੀ ਬੀਜੇਪੀ ਦਾ ਪੱਲਾ ਫੜ ਲਿਆ। ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਫਤਿਹ ਜੰਗ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਨੇ ਬੀਜੇਪੀ ਦੇ ਕੰਮਾਂ ਦੀ ਤਾਰੀਫ ਕਰਦੇ ਹੋਏ ਆਪਣੇ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ। ਦੇਖੋ ਭਾਈ ਸਾਹਿਬ, ਬੀਜੇਪੀ ਨੂੰ ਅਸੀਂ ਪੰਜਾਬ ਦੇ ਹਰ ਕੋਨੇ ਵਿੱਚ ਲੈ ਕੇ ਜਾਵਾਂਗੇ। मेरी कमिटमेंट है, असी पंजाब दे गेम चेंजर होवांगे। कोई टिकट को कि अभी तो टिकट किसी को मिला नहीं, ना किसी का ये तो अभी अफवाह है। हमने जो काम देखा है तो वो मोदी जी का अच्छा काम देखा। ਕਾਂਗਰਸ ਤੋਂ ਇਲਾਵਾ ਅਕਾਲੀ ਦਲ ਨੂੰ ਵੀ ਝਟਕਾ ਲੱਗਿਆ। ਅਕਾਲੀ ਦਲ ਦੇ 3 ਵਾਰ ਦੇ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਸੰਗਰੂਰ ਤੋਂ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ, ਨਿਹਾਲ ਸਿੰਘ ਵਾਲਾ ਤੋਂ ਐਮਸੀ ਮੈਂਬਰ ਜਗਦੀਪ ਸਿੰਘ ਧਾਲੀਵਾਲ ਨੇ ਵੀ ਬੀਜੇਪੀ ਦਾ ਹੱਥ ਫੜ ਲਿਆ। ਇਸ ਤੋਂ ਇਲਾਵਾ
ਵੱਖ-ਵੱਖ ਖਿੱਤਿਆਂ ਦੇ ਵਿੱਚ ਵੀ ਕੰਮ ਕਰਨ ਵਾਲੇ ਮੰਨੇ ਪ੍ਰਮੰਨੇ ਲੋਕ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਇਨ੍ਹਾਂ ਵਿੱਚੋਂ ਸਾਬਕਾ ਕੌਮਾਂਤਰੀ ਖਿਡਾਰੀ ਦਿਨੇਸ਼ ਮੋਂਗੀਆ, ਰਿਟਾਇਰਡ ਏਡੀਸੀ ਮਧੂਮੀਤ ਦੇ ਨਾਂ ਸ਼ਾਮਲ ਨੇ। ਲਗਾਤਾਰ ਸ਼ਾਮਲ ਹੋ ਰਹੇ ਆਗੂਆਂ ਤੋਂ ਬਾਅਦ ਬੀਜੇਪੀ ਉਤਸ਼ਾਹਿਤ ਹੈ। ਪੰਜਾਬ ਬੀਜੇਪੀ ਦੇ ਚੋਣ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਰਕਾਰ ਬਣਾਏਗੀ। जबरदस्त विश्वास की लहर और उत्साह की लहर पंजाब में भारतीय जनता पार्टी को लेकर है। हमारे गठबंधन की सरकार जो है पंजाब में बने, इसको सुनिश्चित करेंगे। ਟਿਕਟ ਵੰਡ ਤੋਂ ਪਹਿਲਾਂ ਹੀ ਸਿਟਿੰਗ ਵਿਧਾਇਕਾਂ ਦਾ ਕਾਂਗਰਸ ਤੋਂ ਜਾਣਾ ਪਾਰਟੀ ਲਈ ਵੱਡੀ ਚੁਣੌਤੀ ਬਣ ਗਿਆ। ਇਹ ਪਾਰਟੀ ਦੇ ਅੰਦਰ ਆਗੂਆਂ ਦੀ ਨਾਰਾਜ਼ਗੀ ਦੇ ਨਾਲ-ਨਾਲ ਅੰਦਰੂਨੀ ਖਿੱਚੋਤਾਣ ਨੂੰ ਵੀ ਕਿਤੇ ਨਾ ਕਿਤੇ ਦਰਸਾਉਂਦਾ ਰਿਹਾ। ਚੋਣਾਂ ਦੇ ਐਲਾਨ ਤੋਂ ਬਾਅਦ ਦਲ ਬਦਲ ਦੀ ਸਿਆਸਤ ਹੋਰ ਸਰਗਰਮ ਹੋਵੇਗੀ। ਜੇਕਰ ਕਾਂਗਰਸ ਨੇ ਇਸ ਨੂੰ ਰੋਕਣ ਦੇ ਲਈ ਠੋਸ ਰਣਨੀਤੀ ਨਾ ਬਣਾਈ ਤਾਂ ਪਾਰਟੀ ਦਾ ਚੋਣ ਸਮੀਕਰਨ ਵਿਗੜ ਸਕਦਾ ਹੈ। ਦਿੱਲੀ ਤੋਂ ਵਿਨੀਤ ਕੁਮਾਰ, ਨਿਊਜ਼ 18 ਪੰਜਾਬ। ਪਿਛਲੇ ਮਹੀਨੇ ਹੀ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਤਿਹਜੰਗ ਬਾਜਵਾ ਦੀ ਕਾਦੀਆਂ ਸੀਟ ਤੇ ਪਿੱਠ ਥਾਪੜੀ ਸੀ, ਪਰ ਇਸ ਦੇ ਬਾਵਜੂਦ ਵੱਡਾ ਸਵਾਲ ਇਹ ਹੈ ਕਿ ਆਖਿਰ ਕਿਉਂ ਫਤਿਹਜੰਗ ਨੇ ਬੀਜੇਪੀ ਦਾ ਹੱਥ ਫੜਿਆ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਕਾਂਗਰਸ ਵੱਲੋਂ ਇੱਕ ਪਰਿਵਾਰ ਤੋਂ ਇੱਕ ਹੀ ਉਮੀਦਵਾਰ ਨੂੰ ਟਿਕਟ ਦੇਣ ਦਾ ਫੈਸਲਾ ਵੀ ਸੀ। ਤੇ ਬਾਹਾਂ ਖੜੀਆਂ ਕਰਕੇ ਇਹ ਕਹਿ ਦਿਓ ਕਿ ਭਰਾ ਮੇਰਾ 10,000 ਤੇ ਜਿੱਤੂਗਾ। ਤੇ ਜਦੋਂ ਜਿੱਤੂਗਾ ਇਸੇ ਥਾਂ ਤੇ ਕਾਨੂੰਨ, ਇਸੇ ਥਾਂ ਤੇ ਕਾਨੂੰਨ ਮੈਂ ਆਉਂਗਾ, ਨਾਲੇ ਧੰਨਵਾਦ ਕਰੂੰਗਾ ਤੇ ਨਾਲੇ ਪਤਾ ਨਹੀਂ ਫਿਰ ਤੁਹਾਨੂੰ ਕੀ ਮਿਲਣਾ। ਆਪੇ ਹੀ ਸੋਚ ਲਓ, ਪਤਾ ਨਹੀਂ ਕਿਹੜੀ ਫੀਤੀ ਕੀ ਲੱਗਣਾ ਠੋਕੋ ਟਕਾ ਕੇ। 2 ਦਸੰਬਰ ਨੂੰ ਕਾਦੀਆਂ ਦੇ ਵਿੱਚ ਰੈਲੀ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਫਤਿਹਜੰਗ ਬਾਜਵਾ ਦੀ ਕਾਦੀਆਂ ਤੋਂ ਟਿਕਟ ਦੇ ਲਈ ਦਾਅਵੇਦਾਰੀ ਦਾ ਐਲਾਨ ਕੀਤਾ ਸੀ ਅਤੇ ਫਤਿਹਜੰਗ ਬਾਜਵਾ ਨੇ ਸਿੱਧੂ ਨੂੰ ਸੀਐਮ ਦੇ ਤੌਰ ਤੇ ਵੇਖਣ ਦਾ ਸੁਪਨਾ ਵੇਖਿਆ ਸੀ। ਉਸ ਵੇਲੇ ਬਲਵਿੰਦਰ ਸਿੰਘ ਲਾਡੀ ਵੀ ਸਿੱਧੂ ਦੇ ਨਾਲ ਮੌਜੂਦ ਸਨ, ਪਰ 26 ਦਿਨਾਂ ਦੇ ਅੰਦਰ ਹੀ ਸਿਆਸੀ ਗੇਮ ਚੇਂਜ ਹੋ ਗਈ ਤੇ ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਇਸ ਸਿਆਸੀ ਉਥਲ-ਪੁਥਲ ਦੇ ਵਿੱਚ ਬਾਜਵਾ ਭਰਾਵਾਂ ਦੀ ਸਿਆਸੀ ਲੜਾਈ ਸਭ ਤੋਂ ਵੱਡਾ ਕਾਰਨ ਮੰਨੀ ਜਾ ਰਹੀ ਹੈ। ਕਾਦੀਆਂ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸਿਆਸੀ ਦਾਅਵੇਦਾਰੀ ਪੇਸ਼ ਕਰ ਦਿੱਤੀ। ਸਿਰਫ ਇੰਨਾ ਹੀ ਨਹੀਂ, ਉਹਨਾਂ ਨੇ ਹਾਈ ਕਮਾਨ ਤੋਂ ग्रीन सिग्नल मिलने का भी दावा किया सी। आज मैनिफेस्टो में आने तो मैंने ये बात आपको कही है कि मेरी बात हो चुकी है, लड़ना मैंने पंजाब से ही, आई एम कमिंग बैक टू माई स्टेट आफ्टर 13 ईयर्स, दिस इज गुड इनफ। हाँ, जितों लड़ना तो चंद दिनों पता लग ही जाए। हाई कमान के नाल प्रताप सिंह बाजवा दी नज़दीकियां, परिवार चो एक ही शख्स नूं टिकट देने दे कांग्रेस हाई कमान के फार्मूले तो बाद फतेहजंग बाजवा ने बीजेपी विच जाण दा फैसला किया ਅਤੇ ਆਪਣੇ ਨਾਲ ਬਾਜਵਾ ਪਰਿਵਾਰ ਦੇ ਕਰੀਬੀ ਬਲਵਿੰਦਰ ਸਿੰਘ ਲਾਡੀ ਨੂੰ ਵੀ ਲੈ ਗਏ। बीजेपी विच शामिल होने तो बाद फतेहजंग बाजवा ने चोण लड़न का ऐलान तो कर दिता, पर कित्थों चोण लड़नगे इस बारे उन्होंने खुलासा नहीं किया। देखो भाई साहब, बीजेपी नूं असी पंजाब दे हर कोने विच लैके जावांगे। मेरी कमिटमेंट है, असी पंजाब दे गेम चेंजर होवांगे। जेकर कादियां सीट तो प्रताप सिंह बाजवा चोण लड़नगे ਅਤੇ ਇਸੇ सीट तो बीजेपी भी फतेहजंग बाजवा ਨੂੰ उम्मीदवार बनाउंदी है ਤਾਂ बाजवा ਭਰਾਵਾਂ ਦੀ सियासी लड़ाई दिलचस्प होगी। 2012 ਤੋਂ ਕਾਦੀਆਂ सीट ਤੇ ਦੋਵੇਂ ਭਰਾਵਾਂ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਫਤਿਹਜੰਗ ਬਾਜਵਾ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਟਿਕਟ ਮਿਲੀ ਸੀ। ਚਰਨਜੀਤ ਕੌਰ ਬਾਜਵਾ ਇਸ ਸੀਟ ਤੋਂ ਜਿੱਤੇ ਸਨ, ਪਰ 2017 ਦੇ ਵਿੱਚ ਫਤਿਹਜੰਗ ਬਾਜਵਾ ਸਮਝੌਤੇ ਦੇ ਮੂਡ ਦੇ ਵਿੱਚ ਨਹੀਂ ਸਨ। ਸਿੱਟਾ ਇਹ ਨਿਕਲਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਤੋਂ ਦਾਅਵੇਦਾਰੀ ਛੱਡੀ ਅਤੇ ਫਤਿਹਜੰਗ ਬਾਜਵਾ ਨੂੰ ਟਿਕਟ ਮਿਲ ਗਈ। 2022 ਦੇ ਵਿੱਚ ਫਤਿਹਜੰਗ ਬਾਜਵਾ ਦੇ ਕੋਲ ਅਕਾਲੀ ਦਲ ਤੋਂ ਵੱਖ ਹੋਈ ਬੀਜੇਪੀ ਚੰਗਾ ਬਦਲ ਸੀ, ਇਸ ਲਈ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ। ਬਿਊਰੋ ਰਿਪੋਰਟ, ਨਿਊਜ਼ 18। ਸੋ ਸਾਡੀ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।